ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾ, ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ, ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰਉ ਤਰਾ ਪਾਰ ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਤੀਸਾ। ਗੁਰ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਦਰ ਪਰ ਦਰ ਕਰ ਮਾਥ। ਜੁਗਲ ਚਰਨ ਮਮ ਬੰਦਨਾ, ਦਰ ਪਰ ਦਰ ਕਰ ਮਾਥ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ, ਵਡ ਭਾਗੇ ਹਾਂ ਸਤਿਗੁਰੂ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ, ਜੋ ਸਜੇ ਹੋਏ ਸੰਧਿਆ ਸਮੇਂ ਦੇ ਦੀਵਾਨਾਂ ਅੰਦਰ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦੇ ਹਾਂ। ਅਦਬੋ ਸਤਿਕਾਰ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨਾਂ ਵਿੱਚ ਆਪ ਜੀ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਕਿਸ ਤਰ੍ਹਾਂ ਮਾਈ ਦਾਸ ਭਾਵ ਕਿ ਇੱਕ ਵੈਸ਼ਨੋ ਭਾਵ ਕਿ ਆਪਣੇ ਆਪ ਨੂੰ ਉੱਚ ਜਾਤੀ ਦਾ ਬ੍ਰਾਹਮਣ ਅਖਵਾਉਣ ਵਾਲਾ
ਦੁਆਰਕਾ ਨਗਰੀ ਦੇ ਵਿੱਚ ਜਾਣ ਦੇ ਲਈ, ਕ੍ਰਿਸ਼ਨ ਦੀ ਨਗਰੀ ਦੇ ਦਰਸ਼ਨ ਕਰਨ ਦੇ ਲਈ ਇਹ ਤੁਰਿਆ ਸੀ। ਪਰ ਰਸਤੇ ਦੇ ਵਿੱਚ ਹੀ ਜੰਗਲ ਦਾ ਜਦੋਂ ਇਹਨੂੰ ਸਾਹਮਣਾ ਕਰਨਾ ਪਿਆ, ਭੁੱਖਾ ਰਿਹਾ, ਬਾਰਿਸ਼ ਹੋਣ ਲੱਗ ਪਈ, ਪਹਿਨਣ ਨੂੰ ਕੋਈ ਸੁੱਕਾ ਕੱਪੜਾ ਨਾ ਮਿਲਿਆ। ਕਹਿੰਦੇ ਇਹ ਵਿਆਕੁਲ ਹੋ ਗਿਆ। ਭਾਵੇਂ ਕਿ ਉਸ ਸਮੇਂ ਕੁਝ ਖਾਣ ਵਾਸਤੇ ਪਦਾਰਥ ਇਹਦੇ ਅੱਗੇ ਵੀ ਰੱਖ ਕੇ ਗਏ, ਪਰ ਇਹਨੇ ਖਾਧੇ ਨਹੀਂ। ਕਹਿਣ ਲੱਗਾ ਕਿ ਇਸ ਤਰ੍ਹਾਂ ਮੈਂ ਨਹੀਂ ਖਾ ਸਕਦਾ। ਕਿਉਂ? ਕਿਉਂਕਿ ਮੈਂ ਬ੍ਰਹਮਚਾਰੀ ਹਾਂ, ਭਾਵ ਕਿ ਮੈਂ ਸੁਚਮ ਰੱਖਣ ਵਾਲਾ ਹਾਂ। ਉਸ ਸਮੇਂ ਕਹਿੰਦੇ ਜਦੋਂ ਇੱਕ ਦਰਖਤ ਦੇ ਖੋਲ ਦੇ ਵਿੱਚ ਇਹਨੇ ਰਾਤ ਗੁਜ਼ਾਰੀ, ਸਵੇਰ ਹੋਈ, ਉੱਚੀ ਉੱਚੀ ਵਿਰਲਾਪ ਕਰਦਾ ਏ, ਉੱਚੀ ਉੱਚੀ ਭਾਵ ਕਿ ਨਾਲੇ ਕ੍ਰਿਸ਼ਨ ਨੂੰ ਆਵਾਜ਼ਾਂ ਮਾਰਦਾ ਏ, ਜਿਹੜੇ ਭਾਵ ਕਿ ਆਪਣੇ ਭਗਵਾਨ ਨੂੰ ਇਹ ਅਰਾਧਦਾ ਏ। ਇਹਦੇ ਅੰਤःਕਰਣ ਦੇ ਵਿੱਚੋਂ ਭਾਵ ਕਿ ਅੰਦਰੋਂ ਆਵਾਜ਼ ਆਈ, ਕਹਿੰਦੇ ਤੂੰ ਅਪਰਾਧ ਕਰਕੇ ਆਇਆ। ਗੁਰੂ ਅਮਰਦਾਸ ਮਹਾਰਾਜ ਜੀ ਭਾਵ ਕਿ ਇਸ ਜਗਤ ਦੇ ਤਾਰਨਹਾਰ, ਉਹਨਾਂ ਦੇ ਲੰਗਰ ਨੂੰ ਤੂੰ ਛੱਡ ਕੇ ਇਸ ਜਗ੍ਹਾ ਤੇ ਤੂੰ ਭਟਕਦਾ ਫਿਰ ਰਿਹਾ। ਕਹਿੰਦਾ ਜੀ ਹੁਣ ਕੀ ਕਰਾਂ? ਇਹਦੇ ਮਨ ਦੇ ਵਿੱਚੋਂ ਫਿਰ ਆਵਾਜ਼ ਆਈ ਕਿ ਵਾਪਸ ਮੁੜ, ਉਸ ਅਸਥਾਨ ਤੇ ਜਾ, ਗੋਇੰਦਵਾਲ ਦੀ ਧਰਤੀ ਤੇ ਜਾ। ਕਹਿੰਦੇ ਹੁਣ ਇਹ ਵਾਪਸ ਜਦੋਂ ਇਹਨੇ ਜਾਣਾ ਏ, ਆਪਣੇ ਮਨ ਦੀਆਂ ਗੱਲਾਂ ਸੁਣੀਆਂ, ਕਹਿਣ ਲੱਗਾ ਬੜਾ ਤਕੜਾ ਅਪਰਾਧ ਹੋ ਗਿਆ, ਘੋਰ ਅਪਰਾਧ ਹੋ ਗਿਆ। ਆਓ ਕਵੀ ਜੀ ਅਗਲੀ ਵਿਚਾਰ ਨੂੰ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਜਗ ਕਾਰਨ ਤਾਰਨ ਤਨ ਮੇਰਾ, ਭਗਤ ਰੂਪ ਤਾਰ ਸੋ ਲਿਹੁ ਹੀਰਾ। ਕਹਿੰਦੇ ਜਗਤ ਦੇ ਤਾਰਨਹਾਰ, ਤਾਰ ਉਹੀ ਸਕਦਾ ਏ ਜਿਹਨੂੰ ਆਪ ਤਰਨ ਦੀ ਜਾਚ ਹੋਵੇ। ਮਲਾਹ ਤੇ ਭਰੋਸਾ ਕਰਦੇ ਆ, ਬੇੜੀ ਤੇ ਬਹਿ ਜਾਂਦੇ ਆ। ਹੁਣ ਬੇੜੀ ਤੇ ਭਰੋਸਾ ਹੈ ਜਾਂ ਮਲਾਹ ਤੇ? ਬੇੜੀ ਤੇ ਭਰੋਸਾ ਨਹੀਂ। ਬੇੜੀ ਦਗਾ ਦੇ ਸਕਦੀ ਹੈ, ਧੋਖਾ ਦੇ ਸਕਦੀ ਹੈ। ਭਰੋਸਾ ਕਿਹਦੇ ਤੇ ਹੈ? ਮਲਾਹ ਤੇ। ਮਲਾਹ ਗੁਰੂ ਹੈ। ਤੇ ਇਸ ਹਿਸਾਬ ਦੇ ਨਾਲ ਭਾਵ ਕਿ ਜਦੋਂ ਆਪਾਂ ਇਸ ਸੰਸਾਰ ਸਮੁੰਦਰ ਦੇ ਵਿੱਚ ਤਰ ਰਹੇ ਹਾਂ, ਤਰਨ ਤੋਂ ਭਾਵ ਕਿ ਜ਼ਿੰਦਗੀ ਨੂੰ ਬਤੀਤ ਕਰ ਰਹੇ ਹਾਂ, ਤੇ ਭਰੋਸਾ ਕਿਹਦੇ ਤੇ ਆ ਜੀ? ਗੁਰੂ ਤੇ, ਮਲਾਹ ਤੇ। ਇਹ ਹੁਣ ਇਹਦੇ ਭਾਵ ਕਿ ਕਵੀ ਜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬਾਬਤ ਲਿਖਦੇ ਨੇ, ਜਗ ਕਾਰਨ ਤਾਰਨ ਤਨ ਮੇਰਾ। ਜਗਤ ਦੇ ਤਾਰਨਹਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਸ੍ਰਿਸ਼ਟੀ ਦੇ ਉੱਤੇ ਭਾਵ ਕਿ ਇਸ ਸੰਸਾਰ ਦੇ ਉੱਤੇ ਨੇ ਭਗਤ ਰੂਪ ਧਰ ਲਿਹੁ ਹੀਰਾ। ਭਗਤ ਭਾਵ ਕਿ ਉਹਨਾਂ ਦਾ ਤੂੰ ਸੇਵਕ ਬਣ ਜਾ, ਸੇਵਕ ਦਾ ਰੂਪ ਧਾਰ ਲਾ। ਤੇ ਕੀ ਕਰ? ਲਿਹੁ ਹੀਰਾ ਭਾਵ ਕਿ ਹੀਰਾ ਤੋਂ ਭਾਵੇਂ ਕਿ ਉਹਨਾਂ ਦੇ ਜਾ ਕੇ ਦਰਸ਼ਨ ਕਰਨਾ ਕਰ। ਸ਼ੰਕਾ ਮਨ ਮਹਿ ਕਰਹੁ ਨ ਕੋਈ, ਸ਼ਰਧਾ ਧਾਰ ਦਿਸਰੀਐ ਸੋਈ। ਇਹਦੇ ਮਨ ਦੇ ਵਿੱਚੋਂ ਆਵਾਜ਼ ਆਈ, ਕਹਿਣ ਲੱਗਾ ਵੇਖੀ ਮਨਾ, ਮਤਾ ਕਿਤੇ ਫਿਰ ਜਾ ਕੇ ਉਹੀ ਸ਼ੰਕਿਆਂ ਦੇ ਵਿੱਚ ਨਾ ਪੈ ਜਾਈ, ਜਿਸ ਸ਼ੰਕੇ ਦੇ ਕਾਰਨ ਮੈਂ ਇੱਥੇ ਭਟਕਦਾ ਫਿਰ ਰਿਹਾ ਏ। ਕਿਉਂਕਿ ਇੱਕ ਵਾਰ ਸ਼ੰਕਾ ਪੈ ਜਾਵੇ, ਉਹ ਛੇਤੀ ਕਿਤੇ ਨਿਕਲਦਾ ਨਹੀਂ ਹੈ। ਵਹਿਮ ਪੈ ਜਾਵੇ, ਉਹ ਨਿਕਲਦਾ ਨਹੀਂ ਹੈ। ਇਸ ਕਰਕੇ ਕਹਿੰਦੇ ਸ਼ਰਧਾ ਧਾਰ ਦਿਸਰੀਏ ਸੋਈ। ਸ਼ਰਧਾ ਨੂੰ ਮਨ ਦੇ ਵਿੱਚ ਧਾਰ ਕਰਕੇ ਫਿਰ ਦਸਰੀਏ ਭਾਵ ਕੇ ਦਰਸ਼ਨ ਗੁਰੂ ਜੀ ਦੇ ਕਰਨੇ ਹਨ। ਸੁਨ ਕੇ ਮਾਈ ਦਾਸ ਅਦ ਅੰਪਾ, ਪਛੁਤਾਵਤ ਮਨ ਮਾਨ ਅਚੰਪਾ। ਇਹ ਜਦੋਂ ਗੱਲ ਸੁਣੀ ਭਾਵ ਕਿ ਹੈ ਤੇ ਮਨ ਦੇ ਵਿੱਚੋਂ ਹੀ ਆਵਾਜ਼ ਆਈ। ਕੱਲ ਵੀ ਬੇਨਤੀ ਕੀਤੀ ਸੀ ਕਿ ਸਾਡਾ ਮਨ ਹੈ ਜਿਹੜਾ ਇਹ ਦੋ ਤਰਫਾ ਹੈ। ਭਾਵ 1 ਮਿੰਟ ਦੇ ਵਿੱਚ ਅੰਦਰੋਂ ਆਵਾਜ਼ ਆਏਗੀ ਵੀ ਇਹ ਕੰਮ ਕਰਨਾ ਚਾਹੀਦਾ ਹੈ, ਫਿਰ ਇਨਸਾਨ ਸੋਚਦਾ ਇਹ ਕੰਮ ਗਲਤ ਹੈ, ਫਿਰ ਕਹਿੰਦਾ ਜੀ ਨਹੀਂ ਛੱਡ ਦਿਓ, ਇਹ ਨਹੀਂ ਕਰਨਾ। ਭਾਵ ਕਿ ਮਨ ਅਜੇ ਦੁਵਿਧਾ ਦੇ ਵਿੱਚ ਹੈ। ਹੁਣ ਜਿਸ ਦਾ ਮਨ ਤੇ ਗੁਰੂ ਦੇ ਸ਼ਬਦ ਦੇ ਨਾਲ ਰੰਗਿਆ ਹੋਇਆ ਹੈ, ਗੁਰੂ ਦੇ ਸ਼ਬਦ ਦਾ ਮਨ ਵਿੱਚ ਉਹਨੇ ਧਾਰਨ ਕੀਤਾ, ਉਹ ਕਹੇਗਾ ਜੀ ਨਾ ਭਾਈ ਇਸ ਤਰ੍ਹਾਂ ਕੰਮ ਨਹੀਂ ਕਰਨਾ, ਇਹ ਗਲਤ ਕੰਮ ਹੈ। ਪਰ ਹਜ਼ੂਰ ਜੀ ਦੇ ਬਚਨ ਪੜ੍ਹੀਏ, ਸਤਿਗੁਰੂ ਜੀ ਕਹਿੰਦੇ ਭਾਈ
ਬੁਰੇ ਕੰਮ ਨੂੰ ਤੇ ਇਹ ਸ਼ੇਰ ਬਣ ਜਾਂਦਾ ਏ। ਬੁਰੇ ਕਾਮ ਕੋ ਊਠ ਖਲੋਆ। ਜਦੋਂ ਨਾਮ ਜਪਣ ਦੀ ਵਾਰੀ ਆਉਂਦੀ ਹੈ ਕਹਿੰਦੇ ਫਿਰ ਇਹ ਕਹਿੰਦਾ ਅਜੇ ਟਾਈਮ ਨਹੀਂ ਹੋਇਆ, ਅਜੇ ਜ਼ਿੰਦਗੀ ਹੈਗੀ ਹੈ, ਹੋਰ ਸਮਾਂ ਥੋੜ੍ਹਾ ਲੰਘ ਜਾਵੇ ਫਿਰ ਜਪਾਂਗੇ। ਖੈਰ ਇਹ ਕਹਿ ਰਹੇ ਨੇ ਕਿ ਮਾਈ ਦਾਸ ਨੇ ਹੁਣ ਇਹ ਸੁਣ ਕੇ, ਇਹ ਅਚੰਭੇ ਵਾਲੀ ਗੱਲ ਹੈ ਉਹਦੇ ਲਈ, ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਇਸ ਕਰਕੇ ਕਹਿੰਦੇ ਇਹ ਹੈਰਾਨ ਹੋਇਆ ਏ। ਨਿਸ਼ਚੈ ਭਇਓ ਮੋਰ ਅਪਰਾਧੋ, ਇਹਾਂ ਦਰਸ ਕੈਸੇ ਅਬ ਲਾਧੋ। ਕਹਿੰਦਾ ਮੈਂ ਨਿਸ਼ਚੈ ਭਇਓ ਮੋਰ ਅਪਰਾਧੂ, ਮੈਂ ਨਿਸ਼ਚਾ ਕੀਤਾ ਹੈ, ਭਾਵ ਨਿਸ਼ਚੇ ਤੋਂ ਭਾਵ ਇਹ ਮੈਂ ਇੱਥੇ ਸਵੀਕਾਰ ਕਰਦਾ ਹਾਂ ਕਿ ਮੇਰੇ ਤੋਂ ਅਪਰਾਧ ਹੋਇਆ ਹੈ, ਮੇਰੇ ਤੋਂ ਗਲਤੀ ਹੋਈ। ਇਹਾਂ ਦਰਸ ਕੈਸੇ ਅਬ ਲਾਧੂ, ਕਹਿੰਦੇ ਮੈਂ ਹੁਣ ਇੱਥੇ ਉਹਨਾਂ ਦੇ ਦਰਸ਼ਨ ਕਿਵੇਂ ਪ੍ਰਾਪਤ ਕਰ ਸਕਦਾ, ਜੰਗਲ ਦੇ ਵਿੱਚ ਕਿਵੇਂ ਉਹਨਾਂ ਦੇ ਦਰਸ਼ਨ ਪ੍ਰਾਪਤ ਕਰ ਸਕਦਾ ਹੈ। ਭਾਵ ਕਿ ਦਰਸ਼ਨ ਕਰਨੇ ਨੇ, ਸੰਗਤ ਮੰਨਣੀ ਹੈ, ਕਿਵੇਂ ਹੋ ਸਕਦੇ ਨੇ। ਪਾਰ ਬ੍ਰਹਮ ਸ੍ਰੀ ਸਤਿਗੁਰ ਰੂਪ, ਜਗ ਮਹਿ ਕੀਰਤ ਬਿਮਲ ਅਨੂਪ। ਉਹ ਖੁਦ ਖੁਦਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਕਵੀ ਜੀ ਕਹਿ ਰਹੇ ਨੇ ਪਾਰ ਬ੍ਰਹਮ ਸ੍ਰੀ ਸਤਿਗੁਰ ਰੂਪ। ਉਹ ਤੇ ਪਾਰ ਬ੍ਰਹਮ ਦਾ ਰੂਪ ਹੈ, ਪਰਮੇਸ਼ਰ ਦਾ ਰੂਪ ਹੈ। ਇਸ ਕਰਕੇ ਜਗ ਮਹਿ ਕੀਰਤ ਬਿਮਲ ਅਨੂਪ, ਜਗਤ ਦੇ ਵਿੱਚ ਉਹਨਾਂ ਦੀ ਕੀਰਤੀ ਗਾਈ ਜਾ ਰਹੀ ਹੈ। ਹੁਣ ਕੀਰਤੀ ਉਹਨਾਂ ਦੀ ਗਾਈ ਜਾ ਰਹੀ ਹੈ, ਉਹਨਾਂ ਦੀ ਗਾਈ ਜਾਂਦੀ ਹੈ। ਨਾਮ ਸਾਰਾ ਸੰਸਾਰ ਉਹਨਾਂ ਦਾ ਜਪਦਾ ਹੈ ਜੋ ਕਿਸੇ ਨੂੰ ਭਾਵ ਕਿ ਸਿੱਧੇ ਰਸਤੇ ਤੇ ਪਾਉਂਦੇ ਹੋਣ, ਚੰਗੇ ਰਸਤੇ ਤੇ ਪਾਉਂਦੇ ਹੋਣ। ਨਹੀਂ ਤੇ ਅਨੇਕਾਂ ਹੀ, ਅਨੇਕਾਂ ਨਹੀਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਐਸੇ ਲੋਕ ਨੇ ਜਿਨ੍ਹਾਂ ਨੂੰ ਆਪਣੇ ਪਰਿਵਾਰ ਵਾਲੇ ਭਾਵ ਕਿ ਮਰਨ ਤੋਂ ਬਾਅਦ ਭੁਲਾ ਦਿੰਦੇ ਨੇ ਕਿ ਉਹਨੂੰ ਕੀ ਯਾਦ ਕਰਨਾ, ਉਹਨੇ ਤੇ ਸਾਰਾ ਟੱਬਰ ਹੀ ਦੁਖੀ ਕੀਤਾ ਸੀ। ਕਹਿੰਦੇ ਪਰ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦਾ ਹੀ ਰੂਪ ਹਨ। ਇਸ ਕਰਕੇ ਜਗ ਮਹਿ ਕੀਰਤ ਬਿਮਲ ਅਨੂਪ, ਬੇਮਿਸਾਲ ਸੋਭਾ ਵਾਲੇ ਨੇ। ਬਿਮਲ ਦਾ ਅਰਥ ਹੈ ਬੇਮਿਸਾਲ, ਜਿਹਦੀ ਕੋਈ ਮਿਸਾਲ ਹੀ ਨਹੀਂ, ਜਿਹਦੀ ਕੋਈ ਉਦਾਹਰਣ ਹੀ ਨਹੀਂ ਹੈ। ਸੰਜਮ ਸੋ ਭੋਜਨ ਕਹੁ ਖਾਨਾ, ਇਸ ਨੇ ਮੋਕਹੁ ਕੀਨ ਹੈਰਾਨਾ। ਕਹਿੰਦੇ ਸੁਚਮਤਾ ਰੱਖਣ ਦੇ ਨਾਲ ਭਾਵ ਕਿ ਜਿਸ ਸੁਚਮਤਾ ਨੂੰ ਉਹ ਮੈਂ ਆਪਣੇ ਆਪ ਤੱਕ ਸੀਮਤ ਰੱਖਿਆ ਸੀ, ਕਹਿੰਦਾ ਕਿ ਇਸ ਨੇਮ ਨੇ ਹੀ ਮੈਨੂੰ ਗੁਰੂ ਤੋਂ ਦੂਰ ਕਰ ਦਿੱਤਾ। ਇਹ ਕਹਿੰਦਾ ਸੀ ਨਾ ਕਿ ਮੈਂ ਇਹਨਾਂ ਦੇ ਵਿੱਚ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਨਹੀਂ ਛਕਣਾ, ਉਸੇ ਕਹਿੰਦਾ ਸੁਚਮਤਾ ਨੇ ਮੈਨੂੰ ਭਾਵ ਕਿ ਜਾਤ ਦੇ ਅਭਿਮਾਨ ਨੇ, ਸੌਖੇ ਲਫ਼ਜ਼ਾਂ ਦੇ ਵਿੱਚ ਕਹਿ ਲਓ ਕਿ ਜਾਤ ਦੇ ਅਭਿਮਾਨ ਨੇ ਮੈਨੂੰ ਗੁਰੂ ਤੋਂ ਦੂਰ ਕਰ ਦਿੱਤਾ ਹੈ। ਔਰ ਕਰ ਸਰਲ ਮਿਲਾਓ ਅਬ ਜਾਈ, ਤ੍ਰੈ ਸ੍ਰੀ ਕ੍ਰਿਸ਼ਨ ਰੂਪ ਦਰਸਾਈ। ਕਹਿੰਦੇ ਹੁਣ ਇਹਦੇ ਮਨ ਦੇ ਵਿੱਚ ਇਹ ਹੋਇਆ, ਕਹਿੰਦਾ ਔਰ ਕਰ ਸਰਲ ਮਿਲਾਓ ਅਬ ਜਾਈ। ਕਹਿੰਦਾ ਸਭ ਤੋਂ ਪਹਿਲਾਂ ਭਾਈ ਸਿੱਧਾ ਜਾ ਕੇ ਮੈਂ ਗੁਰੂ ਦੇ ਦਰਸ਼ਨ ਕਰਾਂਗਾ, ਗੁਰੂ ਜੀ ਦੇ ਹੀ ਦਰਸ਼ਨ ਕਰਾਂਗਾ। ਆਉਂਦਿਆਂ ਪਹਿਲਾਂ ਕ੍ਰਿਸ਼ਨ ਕ੍ਰਿਸ਼ਨ ਜਪਦਾ ਸੀ, ਪਰ ਹੁਣ ਜਦੋਂ ਵਾਪਸ ਚੱਲਿਆ ਏ ਕਹਿੰਦੇ ਉਸ ਸਮੇਂ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਮੂੰਹ ਦੇ ਵਿੱਚੋਂ ਉਚਾਰਨ ਕਰਦਾ ਜਾਂਦਾ ਏ। ਐਵੇਂ ਨਹੀਂ ਭੱਟਾਂ ਨੇ ਸਤਿਗੁਰੂ ਜੀ ਦੇ ਬਾਬਤ ਇਹ ਬਚਨ ਕਹੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਕਿ ਤੁਹਾਡੀ ਉਪਮਾ ਜਿਹੜੀ ਹੈ ਇਹ ਸਾਗਰ ਦੇ ਵਿੱਚ ਉੱਠਦੀਆਂ ਲਹਿਰਾਂ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਬਦਲਾਂ ਦੇ ਨਾਲ ਤੁਲਨਾ ਨਹੀਂ, ਬਦਲਾਂ ਦੇ ਵਿੱਚੋਂ ਡਿੱਗਦੀਆਂ ਹੋਈਆਂ ਬੂੰਦਾਂ ਦੇ ਨਾਲ ਤੁਹਾਡੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਸ਼ਬਦ ਸਾਰਾ ਹੈ ਜਿਵੇਂ ਆਪਾਂ ਪੜ੍ਹਦੇ ਹਾਂ, ਕਨ ਹਰ ਬੂੰਦ ਬਸੋ ਅਰੋਮਾਵਲ ਕੁਸੁਮ ਬਸੰਤ ਗ੍ਰੰਥ ਨ ਆਵੇ, ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਬ ਜਨ ਭਲ ਉਨਹੋ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੀ, ਤੇਰੀ ਉਪਮਾ ਤੋਹੇ ਬਣ ਆਵੇ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਾਰੇ ਜੇ ਇਹ ਭਗਤ ਸਾਹਿਬਾਨ ਭੱਟ ਸਾਹਿਬਾਨਾਂ ਨੇ ਇਹ ਬਚਨ ਕਹੇ ਨੇ, ਉਹ ਹਜ਼ੂਰ ਜੀ ਦੀ ਉਪਮਾ ਦੇ ਬਾਰੇ ਕਹੇ ਨੇ, ਮਹਾਨਤਾ ਦੇ ਬਾਰੇ ਕਹੇ ਨੇ। ਕਹਿੰਦੇ ਭਾਵੇਂ ਸਮੁੰਦਰ ਦੇ ਵਿੱਚੋਂ, ਸਾਗਰ ਦੇ ਵਿੱਚੋਂ ਕਿੰਨੀਆਂ ਲਹਿਰਾਂ ਉੱਠਦੀਆਂ ਨੇ, ਬਦਲਾਂ ਦੇ ਵਿੱਚੋਂ ਕਿੰਨੀਆਂ ਬੂੰਦਾਂ ਗਿਰਦੀਆਂ ਨੇ, ਥੱਲੇ ਧਰਤੀ ਤੇ ਜ਼ਮੀਨ ਤੇ ਪੈਂਦੀਆਂ ਨੇ, ਕਹਿੰਦੇ ਉਹਨਾਂ ਨੂੰ ਵੀ ਨਹੀਂ ਗਿਣਿਆ ਜਾ ਸਕਦਾ। ਪਰ ਹਾਂ ਕਹਿੰਦੇ ਕੋਈ ਗਿਣਨ ਵਾਲਾ ਹੋਵੇ ਉਹਨਾਂ ਨੂੰ ਗਿਣ ਸਕਦਾ ਹੈ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਵਡਿਆਈ ਤੇ ਸ਼ੋਭਾ ਉਹ ਜਿੰਨੀ ਕਰੀਏ ਓਨੀ ਥੋੜ੍ਹੀ ਹੈ।
ਇਸ ਕਰਕੇ ਕਹਿੰਦੇ ਨੇ ਔਰ ਕਰ ਸਰਲ ਮਿਲਉ ਅਬ ਜਾਈ। ਸਿੱਧਾ ਹੋ ਕੇ ਕਹਿੰਦੇ ਭਾਈ ਹੁਣ ਮੈਂ ਕਿਸੇ ਦੇ ਵੱਲ ਨਹੀਂ ਜਾਵਾਂਗਾ, ਕਿਸੇ ਦੇ ਘਰ ਨਹੀਂ ਜਾਵਾਂਗਾ, ਨਾ ਮੈਂ ਆਪਣੇ ਘਰ ਜਾਵਾਂਗਾ, ਸਿੱਧਾ ਭਾਈ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਜਾਵਾਂਗਾ। ਤੈਂ ਸ੍ਰੀ ਕ੍ਰਿਸ਼ਨ ਰੂਪ ਦਰਸਾਈ। ਆਉਂਦਿਆਂ ਪਹਿਲਾਂ ਕ੍ਰਿਸ਼ਨ ਕ੍ਰਿਸ਼ਨ ਜਪਦਾ ਸੀ, ਜਾਂਦਿਆਂ ਧੰਨ ਗੁਰੂ ਅਮਰਦਾਸ ਇਹ ਜ਼ੁਬਾਨ ਤੋਂ ਆਪਣੀ ਰਸਨਾ ਤੋਂ ਜਪ ਰਿਹਾ ਏ। ਏਮ ਨਿਸ਼ਚੈ ਕਰ ਭੋਜਨ ਖਾਇਓ, ਹਟਿਓ ਤਹਾਂ ਤੇ ਪ੍ਰੇਮ ਵਢਾਇਓ। ਜਿਸ ਭੋਜਨ ਨੂੰ ਇਹਨੇ ਇਹ ਕਹਿ ਕੇ ਜੰਗਲ ਦੇ ਵਿੱਚ ਛੱਡ ਦਿੱਤਾ ਸੀ ਕਿ ਹੋ ਸਕਦਾ ਪਤਾ ਨਹੀਂ ਕਿਹੜੇ ਹੱਥਾਂ ਤੋਂ ਤਿਆਰ ਹੋਇਆ ਹੋਵੇਗਾ, ਕਹਿੰਦੇ ਸਭ ਤੋਂ ਪਹਿਲਾਂ ਉਹੀ ਭੋਜਨ ਇਹਨੇ ਖਾਣਾ ਕੀਤਾ ਏ। ਇਹ ਕਹਿੰਦਾ ਸੀ ਮੈਂ ਨੇਮ ਵਾਲਾ ਏ, ਸਭ ਤੋਂ ਪਹਿਲਾਂ ਕਹਿੰਦੇ ਉਹ ਭੋਜਨ ਇਹਨੇ ਛਕਿਆ। ਹਟਿਓ ਤਹਾਂ ਤੇ ਪ੍ਰੇਮ ਵਢਾਇਓ। ਨੇਮ ਛੱਡਿਆ ਆਪਣਾ, ਕੱਟੜਵਾਦ ਆਪਣਾ ਛੱਡਿਆ, ਪ੍ਰੇਮ ਮਨ ਦੇ ਵਿੱਚ ਜਾਗਿਆ। ਕਹਿੰਦੇ ਫਿਰ ਪ੍ਰੇਮ ਦੇ ਨਾਲ ਉਹੀ ਭੋਜਨ ਛਕ ਕੇ ਇਹ ਹੁਣ ਤੁਰਨ ਲੱਗਾ ਹੈ। ਦੋਹਰਾ ਆਤ ਆਤੁਰ ਹੋਏ ਦਰਸੁਕ ਮਾਈ ਦਾਸ ਪਿਆਨ। ਪੰਥ ਚਲਤ ਬਹੁ ਸ਼ੀਘਰ ਤੇ ਹੋਵਹਿ ਸ਼ਰਮਤ ਮਹਾਨ। ਹੁਣ ਭੋਜਨ ਖਾਧਾ, ਭੋਜਨ ਖਾਣ ਦੇ ਨਾਲ ਇਹਨੂੰ ਥੋੜਾ ਜਿਹਾ ਸੰਤੁਸ਼ਟੀ ਹੋਈ ਸਰੀਰਕ ਤੌਰ ਤੇ, ਪਰ ਮਾਨਸਿਕ ਤੌਰ ਤੇ ਅਜੇ ਵੀ ਵਿਆਕੁਲ ਹੈ। ਕਿਉਂਕਿ ਜਿੰਨਾ ਚਿਰ ਮੈਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਨਾ ਹੁੰਦੇ, ਜਿੰਨਾ ਚਿਰ ਮੈਂ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਲੈਂਦਾ, ਉਹਨਾਂ ਚਿਰ ਕਹਿੰਦਾ ਕਿ ਮੇਰੇ ਮਨ ਨੂੰ ਚੈਨ ਨਹੀਂ ਆਉਣਾ, ਉਹਨਾਂ ਚਿਰ ਮੇਰੇ ਮਨ ਨੂੰ ਧੀਰਜ ਨਹੀਂ ਆਉਣਾ। ਇਸ ਕਰਕੇ ਕਹਿੰਦੇ ਨੇ ਮਾਈ ਦਾਸ ਹੁਣ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਵੱਲ ਚੱਲ ਪਿਆ ਏ। ਪੰਥ ਚਲਤ ਬਹੁ ਸ਼ੀਘਰ ਤੇ, ਜਿਹੜਾ ਪੰਥ ਹੈ ਭਾਵ ਰਸਤਾ ਏ, ਉਹ ਬੜੀ ਸ਼ੀਘਰ ਦੇ ਨਾਲ, ਬੜੀ ਤੇਜ਼ ਰਫ਼ਤਾਰ ਦੇ ਨਾਲ ਪੈਰ ਪੁੱਟਦਾ ਏ। ਜਿੰਨੇ ਲੰਮੇ ਰਸਤੇ ਦੇ ਵਿੱਚ ਇਹ ਚਲਾ ਗਿਆ ਸੀ, ਭਾਵ ਕਿ ਵਾਪਸ ਮੁੜਦਿਆਂ ਵੀ ਇਹਨੂੰ ਟਾਈਮ ਲੱਗਣਾ ਸੀ, ਗੋਇੰਦਵਾਲ ਸਾਹਿਬ ਪਹੁੰਚਣ ਤੇ ਵੀ ਇਹਨੂੰ ਟਾਈਮ ਲੱਗਣਾ ਸੀ। ਕਹਿੰਦੇ ਹੁਣ ਬੜੀ ਛੇਤੀ ਦੇ ਨਾਲ ਇਹ ਪੈਰ ਪੁੱਟ ਰਿਹਾ ਕਿ ਛੇਤੀ ਛੇਤੀ ਜਾਵਾਂ। ਹੋਵਤ ਸਮਰਥ ਮਹਾਨ, ਭਾਵ ਕਿ ਕਹਿੰਦੇ ਇਹ ਚੱਲਦਿਆਂ ਚੱਲਦਿਆਂ ਥੱਕ ਵੀ ਜਾਂਦਾ ਏ। ਜਦੋਂ ਥੱਕ ਜਾਂਦਾ ਏ ਫਿਰ ਬੈਠ ਜਾਂਦਾ ਹੈ। ਚਾਓ ਭਈ ਨੇਸ ਬਿਸਰਾਮਤ ਦਿਨ ਸੁਪਿਆਨੇ, ਕ੍ਰਿਸ਼ਨ ਸਤਿਗੁਰੂ ਨਾਮ ਬਖਾਨਹਿ। ਹੁਣ ਕਹਿੰਦੇ ਰਾਤ ਵੇਲੇ ਜਦੋਂ ਰਾਤ ਪੈ ਜਾਂਦੀ, ਸਾਰਾ ਦਿਨ ਚੱਲਦਾ ਰਹਿੰਦਾ ਏ। ਜਿੱਥੇ ਜਾਪਦਾ ਏ ਕਿ ਹੁਣ ਸਰੀਰ ਨਿਰਬਲ ਹੋ ਗਿਆ, ਸਰੀਰ ਥੱਕ ਗਿਆ, ਉੱਥੇ ਰੈਸਟ ਕਰਦਾ ਏ। ਰਾਤ ਦੇ ਸਮੇਂ ਸਫ਼ਰ ਨਹੀਂ ਕਰਦਾ। ਰਾਤ ਦੇ ਸਮੇਂ ਸਫ਼ਰ ਇਸ ਕਰਕੇ ਨਹੀਂ ਕਰਦਾ ਕਿਉਂਕਿ ਪਤਾ ਨਹੀਂ ਰਸਤੇ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਹੋਣਗੇ, ਕਿਸ ਤਰ੍ਹਾਂ ਦੇ ਮੈਨੂੰ ਲੋਕ ਮਿਲਣਗੇ। ਹੋ ਸਕਦਾ ਡਾਕੂ ਵੀ ਹੋਣ, ਮੇਰੇ ਕੋ ਕੁਝ ਨਾ ਕੁਝ ਭਾਵ ਕਿ ਮੈਨੂੰ ਮਾਰ ਜਾਨ ਤੋਂ ਵੀ ਮਾਰ ਦੇਣ, ਫਿਰ ਮੈਂ ਤੇ ਦਰਸ਼ਨ ਕਰ ਨਹੀਂ ਸਕਦਾ। ਭਾਵੇਂ ਕਿ ਇਹਦੇ ਪਾਸ ਕੋਈ ਐਸੀ ਵਸਤੂ ਨਹੀਂ ਜੋ ਮਹਿੰਗੀ ਹੋਵੇ, ਪਰ ਹਾਂ ਕਹਿੰਦਾ ਮੈਂ ਦਰਸ਼ਨ ਜ਼ਰੂਰ ਕਰਨੇ ਨੇ। ਇਸ ਕਰਕੇ ਕਹਿੰਦੇ ਨੇ ਪਹਿਲਾਂ ਇਹ ਕ੍ਰਿਸ਼ਨ ਜੀ ਦਾ ਨਾਮ ਜਪਦਾ ਸੀ, ਹੁਣ ਕਹਿੰਦੇ ਸਤਿਗੁਰੂ ਨਾਮ ਬਖਾਨੈ। ਸਤਿਗੁਰੂ ਜੀ ਦਾ ਨਾਮ ਆਪਣੀ ਜ਼ੁਬਾਨ ਤੋਂ, ਆਪਣੀ ਰਸਨਾ ਤੋਂ ਬਖਾਨਦਾ ਹੈ, ਭਾਵ ਕਿ ਜਪਦਾ ਹੈ। ਚਿਤ ਮਹਿ ਚਿਤਵਤ ਆਵਤ ਸੋਈ, ਪਾਰ ਬ੍ਰਹਮ ਗੁਰ ਅਮਰ ਜੋ ਹੋਈ। ਹੁਣ ਚਿੱਤ ਦੇ ਵਿੱਚ ਇਹਦੇ ਕੀ ਹੈ, ਮਨ ਦੇ ਵਿੱਚ ਕੀ ਹੈ, ਇਹ ਸੋਚਦਾ ਹੁੰਦਾ ਹੈ। ਕਹਿੰਦਾ ਜੇਕਰ ਗੁਰੂ ਅਮਰਦਾਸ ਪਾਰ ਬ੍ਰਹਮ ਦਾ ਰੂਪ ਹਨ, ਮੋਹ ਕਹ ਰੂਪ ਸ਼ਿਆਮ ਦਿਖਾ ਰਹੇ, ਚਤੁਰ ਭੁਜਾ ਬਨ ਮਾਲ ਸੁਹਾਵਹੇ। ਕਹਿੰਦੇ ਜੇ ਤੇ ਗੁਰੂ ਅਮਰਦਾਸ ਪਾਰ ਬ੍ਰਹਮ ਦਾ ਰੂਪ ਹਨ, ਤੇ ਜਿਸ ਤਰ੍ਹਾਂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ, ਜਿਸ ਭਾਵਨਾ ਦੇ ਨਾਲ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ, ਉਸੇ ਭਾਵਨਾ ਦੇ ਤਹਿਤ ਮੈਨੂੰ ਦਰਸ਼ਨ ਉਹ ਦੇਣ। ਮੁਰ ਉਰ ਕੀ ਸਰਦਾ ਕਰ ਪੂਰੀ, ਦਰਸਿਓ ਸਭ ਤੇ ਮੂਰਤ ਰੂਰੀ। ਕਿ ਮੇਰੇ ਮਨ ਦੀ ਜਿਹੜੀ ਸ਼ਰਧਾ ਹੈ, ਮੇਰੇ ਮਨ ਦੇ ਵਿੱਚ ਜੋ ਇੱਛਾ ਹੈ, ਉਸ ਇੱਛਾ ਦੇ ਮੁਤਾਬਕ ਮੈਨੂੰ ਦਰਸ਼ਨ ਦੇਣ। ਆਪਾਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਹੈ। ਜੋ ਅਸੀਂ ਅਜੇ ਸੋਚ ਰਹੇ ਹੁੰਨੇ ਆ, ਗੁਰੂ ਉਹ ਜਾਣਦਾ ਏ। ਗੁਰੂ ਨੂੰ ਐਵੇਂ ਨਹੀਂ ਅੰਤਰਜਾਮੀ ਕਿਹਾ ਗਿਆ। ਗੁਰੂ ਚੰਗੀ ਤਰ੍ਹਾਂ ਇਹ ਗੱਲ ਜਾਣਦਾ ਹੈ ਕਿ ਕਿਸ ਦੇ ਹਿਰਦੇ ਦੇ ਵਿੱਚ ਕਿਹੜੀ ਗੱਲ ਚੱਲ ਰਹੀ ਹੈ। ਮੈਂ ਛੋਟੀ ਜਿਹੀ ਉਦਾਹਰਨ ਦੇਵਾਂ।
ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਕੀਰਤਪੁਰ ਦੀ ਧਰਤੀ ਤੇ ਸਤਿਗੁਰੂ ਜੀ ਦਰਸ਼ਨ ਦੇ ਰਹੇ ਨੇ। ਸਾਰੀਆਂ ਸੰਗਤਾਂ ਪਾਤਸ਼ਾਹ ਜੀ ਦਾ ਦਰਸ਼ਨ ਕਰ ਰਹੀਆਂ ਨੇ, ਬਚਨ ਸੁਣ ਰਹੇ ਨੇ। ਲਾਹੌਰ ਤੋਂ ਸੰਗਤ ਆਈ, ਉਸ ਸੰਗਤ ਦੇ ਵਿੱਚ ਇੱਕ ਚੋਰ ਆ ਗਿਆ। ਰਸਤਾ ਲੰਬੇਰਾ ਸੀ। ਇਸ ਚੋਰ ਨੇ ਸੋਚਿਆ, ਕਹਿੰਦਾ ਕਿ ਇਹਨਾਂ ਦੇ ਵਿੱਚੋਂ, ਭਾਵ ਕਿ ਇਹ ਜਿਹੜੇ 10-20 ਜਾਣੇ ਨੇ, ਇਹਨਾਂ ਦੇ ਵਿੱਚੋਂ ਮੈਂ ਚੋਰੀ ਕਰ ਲਵਾਂਗਾ, ਵਾਪਸ ਚਲੇ ਜਾਵਾਂਗਾ। ਰਸਤੇ ਦੇ ਵਿੱਚ ਦਾ ਨਾ ਲੱਗਾ। ਕਹਿੰਦੇ ਨੇ ਕਿ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਇਆ, ਉਹਨੇ ਵੇਖਿਆ ਇਹਨਾਂ 10-20 ਨੂੰ ਮੈਂ ਕੀ ਕਰਨਾ, ਇੱਥੇ ਤੇ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਲੋਕ ਨੇ, ਇਹਨਾਂ ਤੋਂ ਚੋਰੀ ਕਰ ਲਵਾਂਗਾ। ਜਿਸ ਜਥੇ ਦੇ ਨਾਲ ਆਇਆ ਸੀ ਉਹਨੂੰ ਛੱਡ ਦਿੱਤਾ। ਹੁਣ ਸਾਰਿਆਂ ਦੇ ਵਿੱਚ, ਭਾਵ ਕਿ ਇਹ ਇਸ ਤਰ੍ਹਾਂ ਫਿਰਿਆ ਜਿਵੇਂ ਇਸ ਜਗ੍ਹਾ ਨੂੰ ਚੰਗੀ ਤਰ੍ਹਾਂ ਜਾਣਦਾ ਏ। ਉਸ ਸਮੇਂ ਕਹਿੰਦੇ ਜਿੱਧਰ ਨੂੰ ਜਥਾ ਜਾਂਦਾ ਸੀ, ਜਿੱਧਰ ਨੂੰ ਸੰਗਤ ਜਾਂਦੀ ਸੀ, ਉਧਰ ਨੂੰ ਸੰਗਤ ਦੇ ਨਾਲ ਇਹ ਤੁਰਿਆ ਜਾ ਰਿਹਾ ਏ। ਜਦੋਂ ਦੇਖਿਆ ਕਿ ਪ੍ਰਸ਼ਾਦਾ ਛਕ ਕੇ, ਲੰਗਰ ਛਕ ਕੇ ਕੁਝ ਸੰਗਤਾਂ ਇੱਕ ਪਾਸੇ ਨੂੰ ਜਾ ਰਹੀਆਂ ਨੇ, ਮੈਂ ਵੀ ਉਧਰ ਜਾ ਕੇ ਵੇਖਾਂ ਇਹ ਤੰਬੂ ਦੇ ਵਿੱਚ, ਕਨਾਤਾਂ ਦੇ ਵਿੱਚ ਕੀ ਹੈ ਜਿਹੜਾ ਇਹਨਾਂ ਸਾਰੇ ਉਧਰ ਨੂੰ ਜਾ ਰਹੇ ਨੇ। ਗਿਆ, ਸੰਗਤ ਗਈ, ਨਾਲ ਹੀ ਚਲਾ ਗਿਆ। ਜਿਸ ਵਕਤ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਸੰਗਤ ਦਰਸ਼ਨ ਕਰਦੀ ਹੈ, ਜੋ ਭੇਟਾਵਾਂ ਲੈ ਕੇ ਆਉਂਦੇ ਨੇ, ਸ਼ਰਧਾ ਦੇ ਨਾਲ ਭੇਟਾ ਕਰਦੇ ਨੇ, ਬੈਠ ਜਾਂਦੇ ਨੇ, ਇਹ ਪਿੱਛੇ ਹੋ ਕੇ ਬਹਿ ਗਿਆ। ਹਜ਼ੂਰ ਜੀ ਦੇ ਦਰਸ਼ਨ ਨਾ ਕੀਤੇ, ਅੱਗੇ ਨਹੀਂ ਗਿਆ, ਪਿੱਛੇ ਹੋ ਕੇ ਬਹਿ ਗਿਆ। ਪਿੱਛੇ ਹੋ ਕੇ ਬਹਿ ਕੇ ਆਪਣੇ ਧੜ ਨੂੰ ਤਾਹ ਨੂੰ ਚੁੱਕ ਕੇ, ਸਿਰ ਤਾਹ ਨੂੰ ਕਰਕੇ ਕਹਿੰਦਾ ਹੈ ਕਿ ਇਹਨੂੰ ਮੱਥਾ ਕਿਉਂ ਟੇਕਦੇ ਨੇ ਲੋਕ। ਲਾਗੇ ਪੁੱਛਿਆ, ਜੀ ਇਹ ਕੌਣ ਹੈ, ਕਿਉਂ ਮੱਥਾ ਟੇਕਦੇ ਆ? ਉਹ ਸਿੰਘ ਨੇ ਆਖਿਆ, ਚੁੱਪ ਕਰ, ਭਾਵ ਆਵਾਜ਼ ਨਾ ਕਰ, ਇਹ ਗੁਰੂ ਹਰਿਕ੍ਰਿਸ਼ਨ ਜੀ ਨੇ। ਮਨ 'ਚ ਸੋਚਦਾ, ਕਹਿੰਦਾ ਗੁਰੂ ਬਾਲਕ ਵੀ ਹੋ ਸਕਦਾ ਹੈ। ਇੱਕ ਬੱਚੇ ਨੂੰ ਇਹ, ਭਾਵ ਕਿ ਇੱਕ ਬਾਲਕ ਨੂੰ ਇਹ ਗੁਰੂ ਮੰਨਦੇ ਨੇ। ਹੁਣ ਵੇਖੋ, ਮਨ ਦੇ ਵਿੱਚ ਸੋਚਦਾ, ਪਰ ਗੁਰੂ ਜਾਣਦਾ ਏ, ਅੰਦਰ ਦੀ ਗੱਲ ਗੁਰੂ ਜਾਣਦਾ ਏ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ, ਭਾਵ ਕਿ ਇਹਦੇ ਮਨ ਦੀ ਗੱਲ ਪੜ੍ਹ ਲਈ। ਕਹਿੰਦੇ ਜਦੋਂ ਮਨ ਦੀ ਗੱਲ ਪੜ੍ਹੀ ਨਾ, ਤੇ ਹਜ਼ੂਰ ਜੀ ਜਿਸ ਵਿਸ਼ੇ ਤੇ ਬੋਲ ਰਹੇ ਸੀ, ਭਾਵ ਕਿ ਸੰਗਤਾਂ ਨੂੰ ਪ੍ਰੇਰਿਤ ਕਰ ਰਹੇ ਸੀ ਨਾ, ਮਹਾਰਾਜ ਜੀ ਨੇ ਆਖਿਆ, ਸੰਗਤ ਜੀ ਬਚ ਕੇ ਰਿਓ, ਚੋਰਾਂ ਤੋਂ ਵੀ ਖਤਰਾ ਜੇ। ਜਦੋਂ ਇੰਨੀ ਗੱਲ ਕਹੀ, ਇਹ ਸੁਚੇਤ ਹੋ ਗਿਆ ਕਿ ਹੋ ਸਕਦਾ ਕੱਲਾ ਮੈਂ ਹੀ ਨਹੀਂ, ਚੋਰ ਹੋਰ ਵੀ ਚੋਰ ਹੋਣਗੇ। ਇਹ ਕਹਿੰਦੇ ਨੇ ਆਵਾਜ਼ ਜਦੋਂ ਸੁਣੀ ਨਾ ਸਤਿਗੁਰੂ ਜੀ ਦੀ, ਵੀ ਚੋਰਾਂ ਤੋਂ ਖਤਰਾ ਜੇ, ਬਚ ਕੇ ਰਿਓ। ਇਹ ਇਕੱਲੇ ਇਹ ਵਿਕਾਰ ਹੀ ਚੋਰ ਨਹੀਂ, ਅੰਤਰੀਵ ਤੌਰ ਤੇ ਇਹ 5 ਵਿਕਾਰ, ਇਹ ਇਕੱਲੇ ਇਹੀ ਨਹੀਂ ਇਨਸਾਨ ਨੂੰ ਲੁੱਟਦੇ, ਬਾਹਰੀ ਤੌਰ ਤੇ ਵੀ ਚੋਰ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ। ਕਹਿੰਦੇ ਜਦੋਂ ਇਹਨੇ ਗੱਲ ਸੁਣੀ ਨਾ, ਇਹਨੇ ਥੋੜੀ ਜੀ ਧੌਣ ਫੇਰ ਥੱਲੇ ਕਰ ਲਈ। ਹਜ਼ੂਰ ਜੀ ਨੇ ਆਵਾਜ਼ ਦੇ ਕੇ ਆਖਿਆ, ਜੀ ਤੁਸੀਂ ਅੱਗੇ ਆ ਜਾਓ। ਇਹਨੇ ਵੇਖਿਆ, ਕਹਿਣ ਲੱਗਾ ਕਿ ਮੇਰੇ ਤੋਂ ਪਿੱਛੇ 2 ਹੋਰ ਬੈਠੇ ਨੇ, ਸ਼ਾਇਦ ਉਹਨਾਂ ਨੂੰ ਆਖਿਆ ਹੋਵੇ ਕਿ ਅੱਗੇ ਆ ਜਾਓ। ਜਦੋਂ ਇੰਨੀ ਗੱਲ ਸੁਣੀ, ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ, ਨਹੀਂ ਜੀ, ਤੁਹਾਨੂੰ ਆਖਿਆ ਤੁਸੀਂ ਉੱਠ ਕੇ ਅੱਗੇ ਆ ਜਾਓ। ਨਾ ਲੈ ਕੇ ਸਤਿਗੁਰੂ ਜੀ ਨੇ ਇਹਨੂੰ ਆਵਾਜ਼ ਦਿੱਤੀ। ਹਜ਼ੂਰ ਜੀ ਦੇ ਇਹਦੇ ਮਨ ਵਿੱਚ ਇਹ ਸੀ ਕਿ ਮੈਂ ਤਾਂ ਇਹਨਾਂ ਨੂੰ ਗੁਰੂ ਮੰਨਾਂ ਜੇ ਮੇਰਾ ਨਾਂ ਲੈ ਕੇ ਮੈਨੂੰ ਪੁਕਾਰਨ। ਹਜ਼ੂਰ ਜੀ ਨੇ ਆਖਿਆ, ਜਸਵੰਤ ਰਾਏ ਅੱਗੇ ਆ ਜਾ। ਕਵੀ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ, ਜਦੋਂ ਅਸੀਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਦਾ ਜੀਵਨ ਦੇ ਬਾਰੇ ਵਿਚਾਰ ਕਰਾਂਗੇ ਨਾ, ਇਹ ਪ੍ਰਸੰਗ ਉਹਦੇ ਵਿੱਚ ਆਵੇਗਾ। ਕਹਿੰਦੇ ਕਿ ਜਦੋਂ ਹਜ਼ੂਰ ਜੀ ਨੇ ਆਵਾਜ਼, ਇਹਦਾ ਨਾਮ ਲੈ ਕੇ ਆਖਿਆ ਨਾ, ਅੱਗੇ ਆ ਜਾ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਢਹਿ ਪਿਆ। ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਆਪਣਾ ਮਸਤਕ ਰੱਖ ਦਿੱਤਾ। ਇਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਕਿਉਂ? ਕਿਉਂਕਿ ਗੁਰੂ ਅੰਤਰਜਾਮੀ ਹੈ, ਜਿਸ ਤੋਂ ਵਿਚਾਰ ਆਪਾਂ ਸ਼ੁਰੂ ਕੀਤੀ ਸੀ ਕਿ ਗੁਰੂ ਅੰਤਰਜਾਮੀ ਹੈ। ਇਸ ਕਰਕੇ ਕਹਿੰਦੇ ਨੇ ਕਿ ਹਜ਼ੂਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ, ਭਾਵ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੰਦਰ ਦੀਆਂ ਜਾਣਨ ਵਾਲੇ ਨੇ, ਅੰਦਰ ਦੀਆਂ। ਇਸ ਕਰਕੇ ਕੇ ਤਿਕ ਦਿਨ ਮਹਿ ਪਹੁੰਚਿਓ ਆਏ, ਜਿਹਠਾਂ ਗੋਇੰਦ ਵਾਲ ਸੁਹਾਏ। ਇਹ ਸੋਚਦਾ ਹੈ ਕਿ ਜਿਸ ਹਿਸਾਬ ਦੇ ਨਾਲ ਮੈਂ ਚਾਹੁੰਦਾ ਹਾਂ, ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ, ਉਸੇ ਤਰ੍ਹਾਂ ਮੈਨੂੰ ਗੁਰੂ
ਅਮਰਦਾਸ ਦਰਸ਼ਨ ਦੇਣ। ਕੇਤਕ ਦਿਨ ਪਹੁੰਚਿਓ ਆਏ। ਕਈ ਦਿਨ ਬਤੀਤ ਹੋ ਗਏ ਰਸਤੇ ਦੇ ਵਿੱਚ। ਹੁਣ ਉਸ ਜਗ੍ਹਾ ਦੇ ਉੱਤੇ ਜਿਹ ਠਾਂ ਗੋਇੰਦਵਾਲ ਸੁਝਾਏ। ਜਿਸ ਜਗ੍ਹਾ ਤੇ ਗੋਇੰਦਵਾਲ ਸਾਹਿਬ ਭਾਵ ਕਿ ਇਹ ਮਹਾਨ ਸਿੱਖੀ ਦਾ ਅਸਥਾਨ, ਸਿੱਖੀ ਦਾ ਕੇਂਦਰ ਗੁਰਦੁਆਰਾ ਸਾਹਿਬ ਬਾਉਲੀ ਸਾਹਿਬ ਹੈ, ਉਸ ਥਾਂ ਤੇ ਕਹਿੰਦੇ ਇਹ ਪਹੁੰਚ ਗਿਆ ਏ। ਪ੍ਰਥਮੇ ਗਇਓ ਦੇਗ ਕੇ ਥਾਨਾ, ਕਰਿਓ ਜਾਚ ਕੈ ਭੋਜਨ ਖਾਨਾ। ਪ੍ਰਥਮੇ ਦਾ ਅਰਥ ਹੈ ਸਭ ਤੋਂ ਪਹਿਲਾਂ। ਜਿਸ ਲੰਗਰ ਨੂੰ ਛੱਡ ਕੇ ਆਇਆ ਸੀ, ਛੱਡ ਕੇ ਗਿਆ ਸੀ, ਹੁਣ ਉਸੇ ਹੀ ਲੰਗਰ ਦੇ ਵਿੱਚ ਕਹਿੰਦੇ ਇਹਨੇ ਆਪ ਮੰਗ ਕੇ ਲੰਗਰ ਖਾਧਾ, ਛਕਿਆ, ਪੰਗਤ ਦੇ ਵਿੱਚ ਬੈਠ ਕੇ ਆਪ ਜਾ ਕੇ ਲੰਗਰ ਦੇ ਬਾਹਰ ਭਾਵ ਕਿ ਲੰਗਰ ਹਾਲ ਦੇ ਬਾਹਰ ਜਾਂ ਕਹਿ ਲਓ ਕਿ ਜਿੱਥੇ ਪੰਗਤ ਲੱਗੀ ਹੋਵੇਗੀ ਉੱਥੇ ਸੇਵਾਦਾਰ ਸਿੱਖ ਨੂੰ ਆਪ ਜਾ ਕੇ ਕਿਹਾ ਕਿ ਭਾਈ ਮੈਂ ਪ੍ਰਸ਼ਾਦਾ ਛਕਣਾ। ਇੱਕ ਸਮਾਂ ਉਹ ਸੀ ਜਦੋਂ ਸੰਗਤ ਨੂੰ ਪੰਗਤ ਵਿੱਚ ਬੈਠਿਆਂ ਵੇਖ ਕੇ ਮੁੜ ਗਿਆ ਸੀ। ਅੱਜ ਆਪ ਮੂੰਹ ਮੰਗ ਕੇ ਕਹਿ ਰਿਹਾ ਹੈ ਕਿ ਮੈਂ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਣਾ ਹੈ। ਕਰਿਓ ਜਾਚ ਕੇ ਭੋਜਨ ਖਾਨਾ ਭਾਵ ਕਿ ਉਸਨੇ ਜਾਚ ਕੇ ਦਾ ਅਰਥ ਹੈ ਮੰਗ ਕੇ, ਜਾਚ ਕਰਨੀ ਭਾਵ ਕਿ ਮੰਗ ਕਰਨੀ, ਮੰਗ ਕੇ ਪ੍ਰਸ਼ਾਦਾ ਛਕਿਆ ਹੈ। ਤ੍ਰਿਪਤ ਹੋਏ ਪੁਨ ਅੰਤਰ ਗਇਓ, ਮਨ ਬਾਸ਼ਤ ਤਸ ਦਰਸ਼ਨ ਭਇਓ। ਕਹਿੰਦੇ ਪਹਿਲਾਂ ਰੱਜ ਕੇ ਇਹਨੇ ਭੋਜਨ ਖਾਧਾ, ਕਿਉਂਕਿ ਹੋ ਸਕਦਾ ਰਸਤੇ ਦੇ ਵਿੱਚ ਕੁਝ ਮਿਲਿਆ ਹੋਵੇਗਾ ਜਾਂ ਨਾ ਮਿਲਿਆ ਹੋਵੇਗਾ। ਚੰਗੀ ਤਰ੍ਹਾਂ ਆਪਣੀ ਸੰਤੁਸ਼ਟੀ ਦੇ ਨਾਲ ਜਿੰਨਾ ਭੋਜਨ ਇਹ ਛਕ ਸਕਦਾ ਸੀ, ਕਹਿੰਦੇ ਸਭ ਤੋਂ ਪਹਿਲਾਂ ਇਹਨੇ ਭੋਜਨ ਛਕਿਆ। ਮਨ ਬਾਸ਼ਤ ਤਸ ਦਰਸ਼ਨ ਭਇਓ। ਮਨ ਦੇ ਅੰਦਰ ਇਹ ਹੁਣ ਕਹਿੰਦਾ ਹੈ ਕਿ ਮਨ ਦੇ ਵਿੱਚ ਇੱਛਾ ਹੈ ਕਿ ਮੈਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਾਂ। ਜਹ ਸਰੂਪ ਕੀ ਉਸਤਤ ਬੇਦ, ਕਰਤ ਰਹਿਤ ਨਹਿ ਪਾਵਤ ਭੇਦ। ਕਹਿੰਦੇ ਜਿਸ ਸਰੂਪ ਦੀ ਵਿਆਖਿਆ, ਜਿਸ ਸਰੂਪ ਦੇ ਬਾਰੇ ਮੇਰੇ ਅੰਤःਕਰਣ ਨੇ ਮੈਨੂੰ ਕਿਹਾ ਹੈ, ਭਾਵ ਕਿ ਜਿਨ੍ਹਾਂ ਦੇ ਬਾਰੇ ਮੈਂ ਸੁਣਿਆ ਵੀ ਹੈ ਕਿ ਉਹਨਾਂ ਦੀ ਮਹਾਨਤਾ, ਭਾਵ ਕਿ ਉਹਨਾਂ ਦਾ ਜਿਹੜਾ ਜਸ ਹੈ ਉਹ ਸਾਰੇ ਸੰਸਾਰ ਦੇ ਵਿੱਚ ਹੈ, ਉਹਨਾਂ ਦੀ ਵਡਿਆਈ ਸਾਰਾ ਸੰਸਾਰ ਕਰ ਰਿਹਾ ਹੈ, ਉਹਨਾਂ ਦੀ ਉਸਤਤ ਸਾਰਾ ਜਹਾਨ ਕਰ ਰਿਹਾ ਹੈ। ਐਵੇਂ ਨਹੀਂ ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਾਸ ਦੂਰੋਂ ਦੂਰੋਂ ਚੱਲ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਣ ਕੇ ਸਿਜਦਾ ਕਰਦੇ ਸਨ, ਕਿਉਂਕਿ ਗੁਰੂ ਅੰਦਰ ਦੀ ਮੈਲ ਨੂੰ ਧੋ ਕੇ, ਵਿਕਾਰਾਂ ਦੀ ਮੈਲ ਨੂੰ ਧੋ ਕੇ ਇਸ ਵਿਕਾਰੀ ਮਨ ਨੂੰ ਨਿਰਮਲ ਕਰਦਾ ਹੈ, ਮੈਲ ਤੋਂ ਰਹਿਤ ਕਰਦਾ ਹੈ। ਗੁਰਬਾਣੀ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਹਜ਼ੂਰ ਜੀ ਨੇ ਮਨ ਦੀ ਜਿਹੜੀ ਹੈ ਨਾ ਤੁਲਨਾ ਇੱਕ ਕੋਲੂ ਦੇ ਨਾਲ ਲੱਗੀ ਹੋਈ ਲੀਰ ਦੇ ਨਾਲ ਕੀਤੀ, ਟਾਕੀ ਦੇ ਨਾਲ, ਜਿਹਦੇ ਨਾਲ ਕੋਲੂ ਸਾਫ਼ ਕੀਤਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਮਨ ਵੀ ਬਿਲਕੁਲ ਉਸੇ ਤਰ੍ਹਾਂ ਹੈ। ਇਸ ਮਨ ਨੂੰ ਵੀ ਵਿਕਾਰਾਂ ਦੀ ਮੈਲ ਲੱਗੀ ਹੈ, ਪਰ ਹਾਂ ਕੋਲੂ ਨੂੰ ਟਾਕੀ ਦੇ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਕਹਿੰਦੇ ਪਰ ਹਾਂ ਟਾਕੀ ਨੂੰ ਭਾਵੇਂ 100 ਵਾਰ ਧੋਵੋ, 100 ਵਾਰ, ਉਹਦੇ ਵਿੱਚੋਂ ਥੰਧਿਆਈ ਫਿਰ ਵੀ ਨਹੀਂ ਜਾਂਦੀ। ਮਨ ਨੂੰ ਕਿਉਂ ਬਾਰ-ਬਾਰ ਗੁਰਬਾਣੀ ਦੇ ਅੰਦਰ ਸਮਝਾਇਆ ਹੈ, ਇਨਸਾਨ ਨੂੰ ਕਿਉਂ ਕਿਹਾ ਹੈ ਕਿ ਭਾਈ ਆਪਣੇ ਮਨ ਤੇ ਕਾਬੂ ਕਰਨਾ ਕਰ, ਕਿਉਂਕਿ ਮਨ ਤੇ ਕਾਬੂ ਅਸੀਂ ਆਪਣੇ ਮਨ ਤੇ ਆਪ ਕਰ ਸਕਦੇ ਹਾਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਹਾਰਟ ਦਾ ਆਪਰੇਸ਼ਨ ਕਰ ਸਕਦੇ ਹੋ, ਕਿਡਨੀ ਦਾ ਆਪਰੇਸ਼ਨ ਕਰ ਸਕਦੇ ਹੋ, ਸਹੀ ਕਰ ਸਕਦੇ ਹੋ, ਸਰੀਰ ਦੇ ਕਿਸੇ ਵੀ ਬਾਡੀ ਦੇ ਪਾਰਟ ਦਾ ਆਪਰੇਟ ਕਰਕੇ ਤੁਸੀਂ ਸਹੀ ਕਰ ਸਕਦੇ ਹੋ, ਪਰ ਮਨ ਨੂੰ ਇਨਸਾਨ ਖੁਦ ਸਹੀ ਕਰ ਸਕਦਾ ਹੈ, ਕੋਈ ਦੂਜਾ ਵਿਅਕਤੀ ਨਹੀਂ ਸਹੀ ਕਰ ਸਕਦਾ। ਇਸ ਕਰਕੇ ਮਾਈ ਦਾਸ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਪਹੁੰਚਿਆ। ਆਓ ਕਿਵੇਂ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਏ, ਸਤਿਗੁਰੂ ਜੀ ਨੂੰ ਕਿਸ ਉਪਦੇਸ਼ ਨੂੰ, ਭਾਵ ਕਿ ਉਹਨਾਂ ਦੇ ਬਚਨਾਂ ਨੂੰ ਕਿਵੇਂ ਆਪਣੇ ਮਨ ਦੇ ਅੰਦਰ ਧਾਰਨ ਕਰਦਾ ਹੈ, ਇਸ ਬਾਰੇ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ। ਪਾਤਸ਼ਾਹ ਜੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।